ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਅੱਜ ਦੇ ਇਸ ਸੰਥਿਆ ਦੀ ਕਲਾਸ ਦੇ ਅੰਦਰ ਜੁੜ ਬੈਠੇ ਹੋ। ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ। ਅੰਮ੍ਰਿਤਮਈ ਪਾਵਨ ਬਾਣੀ ਜੋ ਹੈ ਸੁਖਮਨੀ ਸਾਹਿਬ, ਜਿਸ ਬਾਣੀ ਦੀ ਸੰਥਿਆ ਆਪਾਂ ਅਰਥਾਂ ਦੇ ਸਹਿਤ ਕਰ ਰਹੇ ਹਾਂ। ਪਾਵਨ ਬਾਣੀ ਦੀ 23ਵੀਂ ਪੌੜੀ ਦੇ ਪਹਿਲੇ 4 ਜੋ ਬੰਦ ਹਨ, ਉਹਨਾਂ ਦੀ ਵਿਚਾਰ ਕੱਲ੍ਹ ਤੱਕ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਹੈ ਉਹ ਸਤਿਗੁਰਾਂ ਦੀਆਂ ਰਹਿਮਤਾਂ ਦੇ ਨਾਲ ਆਪਾਂ ਅੱਜ ਆਰੰਭ ਕਰਾਂਗੇ। ਪਹਿਲਾਂ ਮੈਂ ਛੋਟੀ ਜਿਹੀ ਬੇਨਤੀ ਕਰਦਿਆਂ ਸ਼ਲੋਕ ਜੋ ਇਸ ਪੌੜੀ ਦਾ ਸ਼ਲੋਕ, ਇਸ ਅਸ਼ਟਪਦੀ ਦਾ ਸ਼ਲੋਕ ਹੈ ਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਅਸਲ ਵਿੱਚ ਇਹ ਸ਼ਲੋਕ ਜਿਹੜਾ ਹੈ ਨਾ, ਸਾਡੇ ਅੰਦਰੋਂ ਬੜੇ ਵਹਿਮ, ਬੜੇ ਭਰਮ ਜਿਹੜੇ ਨੇ ਉਹ ਸਾਡੇ ਅੰਦਰੋਂ ਬਾਹਰ ਕੱਢ ਦਿੰਦਾ ਹੈ। ਸਭ ਤੋਂ ਵੱਡਾ ਜਿਹੜਾ ਵਹਿਮ ਸਾਡੇ ਅੰਦਰ ਹੁਣ ਭਰਿਆ ਜਾ ਰਿਹਾ ਹੈ ਨਾ, ਪਾਇਆ ਜਾ ਰਿਹਾ ਹੈ ਸਾਡੇ ਅੰਦਰ, ਉਹ ਇਹ ਵਹਿਮ ਸਾਡੇ ਅੰਦਰ ਪਾਇਆ ਜਾ ਰਿਹਾ ਹੈ ਕਿ ਗਿਆਨ ਹੀ ਜਿਹੜਾ ਹੈ ਉਹ ਸਾਡਾ ਗੁਰੂ ਹੈ। ਤੇ ਇਹਦੇ ਲਈ ਤਰਕ ਵੀ ਬੜੇ ਦਿੱਤੇ ਜਾਂਦੇ ਨੇ, ਪਰ ਤਰਕ ਜਿਹੜਾ ਹੈ ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਵਿੱਚੋਂ ਨਹੀਂ ਦਿੱਤੇ ਜਾਂਦੇ, ਕਿਉਂਕਿ ਇਹ ਜਿਹੜਾ 23ਵੀਂ ਅਸ਼ਟਪਦੀ ਦਾ ਸ਼ਲੋਕ ਹੈ ਨਾ, ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਬੜੇ ਸਿੱਧੇ ਤਰੀਕੇ ਨਾਲ ਕਹਿ ਰਹੇ ਨੇ ਕਿ ਜਿਹੜਾ ਗਿਆਨ ਹੈ ਉਹ ਗੁਰੂ ਨੇ ਦਿੱਤਾ ਹੈ। ਗਿਆਨ ਅੰਜਨ ਗੁਰ ਦੀਆ। ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਜਿਹੜਾ ਹੈ ਨਾ ਉਹ ਗੁਰੂ ਨੇ ਦਿੱਤਾ। ਤੇ ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ, ਫਿਰ ਅਗਿਆਨ ਅੰਧੇਰ ਵਿਨਾਸ਼, ਫਿਰ ਅਗਿਆਨਤਾ ਦਾ ਜਿਹੜਾ ਹਨੇਰਾ ਨਾ, ਗੁਰੂ ਸਾਹਿਬ ਕਹਿੰਦੇ ਉਹ ਸਦਾ ਦੇ ਵਾਸਤੇ ਨਾਸ਼ ਹੋ ਗਿਆ, ਖਤਮ ਹੋ ਗਿਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅੱਜ ਗੁਰੂ ਦੇ ਦੁਆਰਾ ਬਖਸ਼ਿਆ ਜੋ ਗਿਆਨ ਦਾ ਅੰਜਨ ਹੈ ਉਹਦੀ ਗੱਲ ਚੱਲ ਰਹੀ ਹੈ, ਪਰਮਾਤਮਾ ਦੇ ਮਿਲਾਪ ਦੀ ਗੱਲ ਚੱਲ ਰਹੀ ਹੈ ਇਸ ਅਸ਼ਟਪਦੀ ਦੇ ਅੰਦਰ। ਪੰਜਵਾਂ ਜੋ ਬੰਦ ਹੈ, ਉਸ ਬੰਦ ਦੇ ਅੰਦਰ ਮੇਰੇ ਪਾਤਸ਼ਾਹ ਨੇ ਜਿਹੜੀਆਂ ਰਹਿਮਤਾਂ ਕੀਤੀਆਂ ਹਨ, ਆਖਿਆ ਆਪ ਸਤ ਕੀਆ ਸਭ ਸਤ। ਹੁਣ ਜਿਹੜਾ ਉਹ ਪਰਮਾਤਮਾ ਆਪ ਹੈ ਉਹ ਆਪ ਵੀ ਸਤ ਹੈ। ਸਤ ਭਾਵ ਸੱਚਾ, ਹਮੇਸ਼ਾ ਰਹਿਣ ਵਾਲਾ, ਸਦਾ ਇੱਕੋ ਜਿਹਾ ਰਹਿਣ ਵਾਲਾ, ਜਿਹੜਾ ਕਦੇ ਵਾਧਾ ਘਟਦਾ ਨਹੀਂ, ਕਦੇ ਖਤਮ ਨਹੀਂ ਹੁੰਦਾ, ਜਿਹਨੂੰ ਕਦੇ ਮੌਤ ਨਹੀਂ ਆਉਣੀ। ਗੁਰੂ ਸਾਹਿਬ ਨੇ ਆਖਿਆ ਆਪ ਸਤ ਕੀਆ ਸਭ ਸਤ। ਪਰਮਾਤਮਾ ਆਪ ਸਤ ਹੈ ਤੇ ਜੋ ਉਹਨੇ ਕੀਤਾ ਹੈ ਨਾ, ਕੀਤਾ ਦਾ ਭਾਵ ਜੋ ਉਹਨੇ ਪੈਦਾ ਕੀਤਾ, ਜੋ ਉਹਨੇ ਬਣਾਇਆ, ਉਹ ਵੀ ਸਦਾ ਸਤ ਹੈ। ਆਪ ਸਤ ਕੀਆ ਸਭ ਸਤ। ਫਿਰ ਆਖਿਆ ਤਿਸ ਪ੍ਰਭ ਤੇ ਸਗਲੀ ਉਤਪਤ। ਉਸ ਪਰਮਾਤਮਾ ਤੋਂ, ਤਿਸ ਪ੍ਰਭ ਤੇ, ਉਸ ਵਾਹਿਗੁਰੂ ਪਰਮਾਤਮਾ ਤੋਂ ਸਗਲੀ ਉਤਪਤ ਭਾਵ ਆ ਜਿਹੜੀ ਸਾਰੀ ਸਗਲੀ ਦਾ ਭਾਵ ਹੈ, ਸਾਰੀ ਉਤਪਤ ਦਾ ਭਾਵ ਹੈ ਜੋ ਕੁਝ ਵੀ ਹੈ ਸ੍ਰਿਸ਼ਟੀ, ਕਾਇਨਾਤ, ਦਿਸਦਾ ਜਾਂ ਅਣਦਿਸਦਾ ਜਗਤ ਜੋ ਵੀ ਹੈ, ਕਹਿੰਦੇ ਇਹ ਉਸ ਪਰਮਾਤਮਾ ਨੇ ਹੀ ਜਾਂ ਉਹਦੇ ਤੋਂ ਹੀ ਪੈਦਾ ਹੋਇਆ ਹੈ। ਫਿਰ ਸਮਝਿਓ ਕਿ ਆਪ ਵੀ ਸਤ ਹੈ, ਉਹਦਾ ਕੀਆ ਵੀ, ਜੋ ਉਹਨੇ ਕੀਤਾ ਉਹ ਵੀ ਸਤ ਹੈ, ਤੇ ਉਸੇ ਪਰਮਾਤਮਾ ਤੋਂ ਇਹ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਜਿਹੜੀ ਉਹ ਉਤਪਤ ਹੋਈ ਹੈ, ਪੈਦਾ ਹੋਈ ਹੈ। ਫਿਰ ਆਖਿਆ ਤਿਸ ਭਾਵੈ ਤਾਂ ਕਰੇ ਵਿਸਥਾਰ। ਤਿਸ ਭਾਵੈ ਦਾ ਅਰਥ ਹੈ ਜੇ ਉਹਨੂੰ ਭਾ ਜਾਵੇ, ਜੇ ਉਹਨੂੰ ਚੰਗਾ ਲੱਗੇ, ਜੇ ਉਹਨੂੰ ਚੰਗਾ ਲੱਗੇ ਤਾਂ ਕਰੇ ਵਿਸਥਾਰ, ਤਾਂ ਜਾ ਕੇ, ਜੇ ਉਹਨੂੰ ਚੰਗਾ ਲੱਗਦਾ ਹੈ ਤਾਂ ਜਾ ਕੇ ਫਿਰ ਕਹਿੰਦੇ ਉਹ ਜਗਤ ਦਾ ਵਿਸਥਾਰ ਜਿਹੜਾ ਹੈ, ਜਗਤ ਦਾ ਪਸਾਰਾ, ਜਗਤ ਦਾ ਖਿਲਾਰਾ ਜਿਹੜਾ ਉਹ ਕਰਦਾ ਹੈ, ਇਹਦਾ ਹੋਰ ਵਿਸਥਾਰ ਕਰਦਾ ਹੈ। ਕਹਿਣ ਦਾ ਭਾਵ ਜੇ ਇਹ ਸ਼ਬਦ ਸਮਝਿਓ, ਇੱਕ ਕੰਡੀਸ਼ਨ ਇਹ ਲਾਈ ਗਈ ਹੈ। ਗੁਰੂ ਸਾਹਿਬ ਨੇ ਆਖਿਆ ਕਿ ਤਿਸ ਭਾਵ ਹੈ ਕਿ ਜੇ ਉਹਨੂੰ ਭਾਉਂਦਾ ਹੈ, ਜੇ ਉਹਨੂੰ ਚੰਗਾ ਲੱਗਦਾ ਹੈ ਤਾਂ ਕਰੇ ਵਿਸਥਾਰ। ਤਿਸ ਭਾਵ ਹੈ ਤਾਂ ਏਕੰਕਾਰ, ਜੇ ਉਹਨੂੰ ਭਾ ਜਾਵੇ ਤਾਂ ਏਕੰਕਾਰ। ਫਿਰ ਉਹ ਵੇਖੋ
ਹੁਣ ਇਹਨਾਂ ਦੋਨਾਂ ਪੰਕਤੀਆਂ ਵੱਲ ਥੋੜਾ ਜਿਹਾ ਧਿਆਨ ਦਿਆ ਜੇ, ਕਿਉਂਕਿ ਥੋੜੀ ਜਿਹੀ ਗਹਿਰਾਈ ਦੇ ਨਾਲ ਸਾਨੂੰ ਇਹਨਾਂ ਨੂੰ ਸਮਝਣਾ ਪਏਗਾ। ਪਹਿਲੀ ਪੰਕਤੀ ਵਿੱਚ ਜੇ ਇਹ ਸ਼ਬਦ ਹੈ ਕਿ ਜੇ ਉਹਨੂੰ ਭਾਉਂਦਾ ਹੈ ਤਾਂ ਉਹ ਵਿਸਥਾਰ ਕਰ ਦਿੰਦਾ ਹੈ, ਪਸਾਰਾ ਖਿਲਾਰ ਦਿੰਦਾ ਹੈ। ਤੇ ਅੱਗੇ ਆਖਿਆ ਜੇ ਉਹਨੂੰ ਭਾ ਜਾਵੇ ਤਾਂ ਏਕੰਕਾਰ ਕੱਲਾ ਇੱਕੋ ਆਪ ਹੀ ਰਹਿ ਜਾਂਦਾ ਹੈ, ਭਾਵ ਸਭ ਕੁਝ ਸਮੇਟ ਲੈਂਦਾ ਹੈ। ਇਹ ਤਾਂ ਕਰਕੇ ਦੋਵੇਂ ਪੰਕਤੀਆਂ ਦੇ ਅਰਥ ਇਕੱਠੇ ਕਰਾਂਗੇ ਤੇ ਸੌਖੀ ਸਮਝ ਆਏਗੀ ਕਿ ਜੇ ਉਹਨੂੰ ਭਾ ਗਿਆ ਤੇ ਵਿਸਥਾਰ ਕਰ ਦਿੱਤਾ, ਖਿਲਾਰਾ ਖਿਲਾਰ ਦਿੱਤਾ, ਪਸਾਰਾ ਸ੍ਰਿਸ਼ਟੀ ਕਾਇਨਾਤ ਬਣਾ ਦਿੱਤੀ। ਤਿਸ ਭਾਵੈ ਤਾਂ ਏਕੰਕਾਰ, ਜੇ ਉਹਨੂੰ ਭਾ ਗਿਆ, ਜੇ ਇਸ ਪਾਸੇ ਭਾਇਆ ਤੇ ਉਹ ਸਿਰਫ ਕੱਲਾ ਆਪ ਹੀ ਰਹਿ ਜਾਂਦਾ, ਬਾਕੀ ਜੋ ਉਹਨੇ ਪਸਾਰਾ ਖਿਲਾਰਿਆ ਉਹਨੂੰ ਸਮੇਟ ਲੈਂਦਾ ਹੈ ਆਪਣੇ ਅੰਦਰ, ਕੱਲਾ ਹੀ ਰਹਿ ਜਾਂਦਾ ਹੈ ਬਸ। ਫਿਰ ਆਖਿਆ ਕਹਿੰਦੇ ਅਨਿਕ ਕਲਾ ਲਖੀ ਨਹ ਜਾਏ। ਅਨਿਕ ਕਲਾ, ਉਹਦੀ ਤਾਕਤ, ਕਲਾ ਦਾ ਅਰਥ ਤਾਕਤ ਵੀ ਹੈ, ਕਲਾ ਅਨਿਕ ਕਲਾ। ਵੈਸੇ ਇੱਥੇ ਤਾਕਤ ਸ਼ਬਦ ਜਿਹੜਾ ਹੈ ਉਹ ਅਰਥ ਨਾ ਕੀਤਾ ਜਾਏ ਤੇ ਜ਼ਿਆਦਾ ਚੰਗਾ ਰਹੇਗਾ। ਅਨਿਕ ਕਲਾ ਜਿਹੜੀ ਹੈ ਨਾ, ਉਹ ਕਲਾ ਹੈ ਕਿ ਪੈਦਾ ਕਰਨਾ, ਨਾਸ਼ ਕਰਨਾ। ਉਹਦੀ ਮਰਜ਼ੀ ਹੈ, ਜਦੋਂ ਮਰਜ਼ੀ ਪੈਦਾ ਕਰ ਦੇਵੇ, ਨਾਸ਼ ਕਰ ਦੇਵੇ, ਕਾਇਨਾਤ ਬਣਾ ਦੇਵੇ, ਇੱਕ ਪਲ ਦੇ ਅੰਦਰ ਖਤਮ ਕਰ ਦੇਵੇ। ਇਹ ਹੈ ਅਨਿਕ ਕਲਾ ਉਹਦੀ। ਹਾਂ, ਇਹਨੂੰ ਦੂਜੇ ਰੂਪ ਵਿੱਚ ਉਹਦੀ ਤਾਕਤ ਵੀ ਅਸੀਂ ਕਹਿ ਸਕਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਅਨਿਕ ਕਲਾ ਲਖੀ ਨਹ ਜਾਏ। ਉਹਦੀ ਇਹ ਜਿਹੜੀ ਕਲਾ ਹੈ ਨਾ, ਇਹ ਲਖੀ ਨਹੀਂ ਜਾ ਸਕਦੀ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਜਾਂ ਉਹਦੀ ਇਸ ਕਲਾ ਨੂੰ, ਪੈਦਾ ਕਰਨ ਵਾਲੀ ਤੇ ਨਾਸ਼ ਕਰਨ ਵਾਲੀ ਕਲਾ ਨੂੰ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਬਿਆਨ ਨਹੀਂ, ਸਮਝਿਆ ਵੀ ਨਹੀਂ ਜਾ ਸਕਦਾ ਤੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਜਿਸ ਭਾਵੈ ਤਿਸ ਲਏ ਮਿਲਾਏ। ਜਿਸ ਭਾਵੈ, ਜਿਹੜਾ ਉਹਨੂੰ ਭਾ ਜਾਂਦਾ ਹੈ, ਜਿਹੜਾ ਉਹਨੂੰ ਚੰਗਾ ਲੱਗਦਾ ਹੈ, ਜਾਂ ਜੋ ਇਨਸਾਨ ਉਸ ਪਰਮਾਤਮਾ ਦੀਆਂ ਰਹਿਮਤਾਂ ਲੈ ਕੇ ਉਹਦੀਆਂ ਨਜ਼ਰਾਂ ਦੇ ਅੰਦਰ, ਉਹਦੀ ਨਜ਼ਰੇ ਰਹਿਮਤ ਦੇ ਅੰਦਰ ਪ੍ਰਵਾਨ ਹੋ ਜਾਂਦਾ ਹੈ ਨਾ, ਜਿਹੜਾ ਉਹ ਇਨਸਾਨ, ਉਹ ਜੀਵ ਜਿਸ ਭਾਵੈ, ਜਿਹੜਾ ਉਹਨੂੰ ਭਾ ਗਿਆ, ਤਿਸ ਲਏ ਮਿਲਾਏ, ਉਹਨੂੰ ਉਹ ਆਪਣੇ ਨਾਲ ਮਿਲਾ ਲੈਂਦਾ। ਵਿਸ਼ਰਾਮ ਹੈ ਜਿਸ ਭਾਵੈ, ਇੱਥੇ ਰੁਕਣਾ ਹੈ। ਤਿਸ ਲਏ ਮਿਲਾਏ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਹਿੰਦੇ ਕਵਨ ਨਿਕਟ ਕਵਨ ਕਹੀਐ ਦੂਰ। ਕਵਨ ਨਿਕਟ ਤੇ ਵਿਸ਼ਰਾਮ ਹੈ ਇੱਥੇ, ਕਿਉਂਕਿ ਪ੍ਰਮਾਤਮਾ ਦੀ ਗੱਲ ਚੱਲ ਰਹੀ ਹੈ, ਇਸ ਕਰਕੇ ਪੰਕਤੀਆਂ ਇਨਸਾਨ ਵਾਸਤੇ ਨਹੀਂ, ਪ੍ਰਮਾਤਮਾ ਲਈ ਹੀ ਵਰਤੀਆਂ ਜਾਣਗੀਆਂ। ਜਿੱਥੇ ਅਸੀਂ ਇਹ ਕਵਾਂਗੇ ਕਿ ਕਵਨ ਨਿਕਟ, ਉਹ ਪ੍ਰਮਾਤਮਾ ਜਿਹੜਾ ਹੈ ਕਿਸੇ ਦੇ ਬੜਾ ਨੇੜੇ ਹੈ। ਕਵਨ ਕਹੀਐ ਦੂਰ, ਤੇ ਕਈਆਂ ਤੋਂ ਉਹ ਪ੍ਰਮਾਤਮਾ ਬੜੀ ਦੂਰ ਵੀ ਹੈ, ਕਈਆਂ ਦੇ ਬੜੇ ਨੇੜੇ ਹੈ। ਮੈਂ ਬੇਨਤੀ ਕਰਾਂਗਾ ਕਿ ਕੋਈ WWE ਰੈਸਲਰ ਵਾਲਾ ਕੋਈ ਵੀਰ ਹੈ ਤੇ ਪਲੀਜ਼ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਨਾ ਕਰੋ। ਤੁਸੀਂ ਮੈਨੂੰ ਦੁਬਾਰਾ ਸਕਰੀਨ ਸ਼ੇਅਰ ਕਰਨੀ ਪੈ ਰਹੀ ਹੈ, ਕਿਉਂਕਿ ਹਾਂਜੀ ਤੁਸੀਂ ਉੱਪਰ ਕੁਝ ਲਿਖਦੇ ਹੋ ਤੇ ਫਿਰ ਉਹ ਆਨੰਦ ਜਿਹਾ ਨਹੀਂ ਆਉਂਦਾ। ਇੱਕ ਤੇ ਡਿਸਟਰਬੈਂਸ ਹੁੰਦੀ ਹੈ ਇਹਦੇ ਨਾਲ, ਤੇ ਦੂਸਰਾ ਕਿਉਂਕਿ ਤੁਸੀਂ ਵਿਘਨ ਪਾਓਗੇ ਤੇ ਉਹ ਆਨੰਦ ਨਹੀਂ ਬਣੇਗਾ। ਪਲੀਜ਼ ਇਹ ਬੇਨਤੀ ਹੈ। ਸੱਚੇ ਪਾਤਸ਼ਾਹ ਜੀ ਨੇ ਆਖਿਆ ਕਵਨ ਨਿਕਟ ਕਵਨ ਕਹੀਐ ਦੂਰ। ਉਹ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਨਾ, ਉਹ ਕਿਸੇ ਦੇ ਬੜਾ ਨੇੜੇ ਹੈ, ਤੇ ਕਿਹਾ ਜਾ ਸਕਦਾ ਹੈ ਵੀ ਕਈਆਂ ਤੋਂ ਬਹੁਤ ਦੂਰ ਵੀ ਹੈ। ਇਹ ਕਿਹਾ ਜਾ, ਕਹੀਏ ਜਿਹੜਾ ਸ਼ਬਦ ਇਹਨਾਂ ਦੇ ਅਰਥ ਹੋਣਗੇ, ਕਿਹਾ ਜਾ ਸਕਦਾ ਹੈ ਕਿ ਕਈਆਂ ਦੇ ਬੜਾ ਨੇੜੇ ਹੈ ਤੇ ਕਈਆਂ ਤੋਂ ਬਹੁਤ ਦੂਰ ਹੈ। ਦੂਜਾ ਨਾਲ ਆਖਿਆ ਕਹਿੰਦੇ ਆਪੇ ਆਪ ਭਰਪੂਰ। ਉਹ ਪ੍ਰਮਾਤਮਾ ਆਪੇ ਆਪ ਹੀ ਭਰਪੂਰ, ਸਭ ਥਾਈਂ ਭਰਿਆ ਪਿਆ ਹੈ। ਭਰਪੂਰ, ਭਰਿਆ ਪਿਆ ਹੈ। ਕੋਈ ਇਹੋ ਜਿਹੀ ਥਾਂ ਨਹੀਂ ਜਿਸ ਥਾਂ ਤੇ ਉਹ ਪ੍ਰਮਾਤਮਾ, ਜਿਸ ਕੰਨ ਦੇ ਅੰਦਰ ਉਹ ਪ੍ਰਮਾਤਮਾ ਮੌਜੂਦ ਨੇ, ਕੋਈ ਇਹੋ ਜਿਹਾ ਟਿਕਾਣਾ ਨਹੀਂ ਜਿੱਥੇ ਉਹ ਪ੍ਰਮਾਤਮਾ ਨੇ ਆਪਣਾ ਨਿਵਾਸ, ਆਪਣਾ ਵਸੇਬਾ ਜਿਹੜਾ ਹੈ ਉਹ ਨਹੀਂ ਕੀਤਾ ਹੋਇਆ। ਘਟ ਘਟ ਮੈਂ ਅਰਜੂ ਬਸੈ ਸੰਤਨ ਕਹਿਓ ਪੁਕਾਰ। ਘਟ ਘਟ ਦੇ ਅੰਦਰ ਵਸਿਆ ਹੈ ਨਾ। ਸੱਚੇ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਆਪੇ ਆਪ ਭਰਪੂਰ। ਫਿਰ ਕਹਿੰਦੇ ਅੰਤਰਗਤ ਜਿਸ ਆਪ ਜਨਾਏ। ਹੁਣ ਅੰਤਰਗਤ ਹੈ, ਅੰਤਰਗਤ ਦਾ ਭਾਵ ਹੈ ਜਿਹੜੀ ਇਨਸਾਨ ਦੀ ਅੰਦਰਲੀ ਉੱਚੀ ਅਵਸਥਾ ਬਣਦੀ ਹੈ ਨਾ, ਅਧਿਆਤਮਕ ਤੌਰ ਤੇ, ਸੰਸਾਰਕ ਤੌਰ ਤੇ ਨਹੀਂ। ਸਾਡੇ ਤੇ ਬੜੇ ਲੋਕ ਹੁਣ ਇਸ ਅਧਿਆਤਮਕ ਅਵਸਥਾ ਨੂੰ ਹੀ ਮੰਨਣ ਦੇ ਵਾਸਤੇ ਤਿਆਰ ਨਹੀਂ।
सच्चे पातशाह जी ने आख्या अंतरगत जिस आप जनाए, ਜਿਹੜੀ ਉੱਚੀ ਅਵਸਥਾ ਹੈ ਉਹਦੇ ਜ਼ਰੀਏ ਜਿਹਨੂੰ ਉਹ ਆਪ ਆਪਣਾ ਆਪਾ ਜਨਾ ਦਿੰਦਾ ਹੈ। ਕੁਝ ਵਿਦਵਾਨਾਂ ਨੇ ਅੰਤਰਗਤ ਦੇ ਅਰਥ ਇਹ ਵੀ ਕੀਤੇ ਨੇ ਕਿ ਅੰਦਰੋਂ, ਆਪਣੇ ਅੰਦਰੋਂ, ਕਿਉਂਕਿ ਉਹ ਇਨਸਾਨ ਦੇ ਅੰਦਰ ਵੀ ਬੈਠਾ ਹੈ ਕਿ ਜੇ ਉਹਨੇ ਆਪਣੇ ਅੰਦਰੋਂ ਆਪਣਾ ਆਪਾ ਜਨਾ ਦਿੱਤਾ, ਆਪਣੇ ਆਪੇ ਨੂੰ ਪ੍ਰਗਟ ਕਰ ਲਿਆ, ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ। ਕਹਿੰਦੇ ਫਿਰ ਉਹ ਮਨੁੱਖ ਜਿਹੜਾ ਹੈ ਨਾ, ਉਹ ਬੁਝਾਏ ਦਾ ਅਰਥ ਉਹਨੂੰ ਸਮਝ ਆ ਜਾਂਦੀ, ਉਹਨੂੰ ਸੋਝੀ ਆ ਜਾਂਦੀ ਹੈ, ਉਹਨੂੰ ਸੋਝੀ ਆ ਜਾਂਦੀ ਹੈ। ਫਿਰ ਕਿਹਦੀ ਸੋਝੀ ਆਉਂਦੀ? ਤਿਸ ਜਨ ਆਪ, ਆਪਣੇ ਆਪ ਨੂੰ ਉਹ ਸਮਝ ਜਾਂਦਾ ਹੈ। ਉਹਨੂੰ ਇਸ ਗੱਲ ਦੀ ਪਤਾ, ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਤੇ ਮੈਂ ਇੱਕ ਮਿਕ ਹਾਂ। ਮੇਰੇ ਤੇ ਉਸ ਪ੍ਰਮਾਤਮਾ, ਉਸ ਵਾਹਿਗੁਰੂ ਦੇ ਅੰਦਰ ਕੋਈ ਵੀ ਫਰਕ ਨਹੀਂ ਹੈ, ਕੋਈ ਅੰਤਰ ਜਿਹੜਾ ਉਹ ਨਹੀਂ ਹੈ। ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ। ਨਾਨਕ ਤੇ ਵਿਸ਼ਰਾਮ ਆਏਗਾ ਜੀ ਇੱਥੇ। ਉਹਨੂੰ ਕਹਿੰਦੇ ਆ ਆਪਣਾ ਆਪ ਬੁਝਾ ਦਿੰਦਾ ਹੈ, ਆਪਣੇ ਆਪ ਦੀ ਸੋਝੀ ਪ੍ਰਮਾਤਮਾ ਉਹਨੂੰ ਪੈਦਾ ਕਰ ਦਿੰਦਾ ਹੈ। ਅੱਗੇ ਮੇਰੇ ਪਾਤਸ਼ਾਹ ਜੀ ਨੇ ਆਖਿਆ ਸਰਬ ਭੂਤ ਆਪ ਵਰਤਾਰਾ। ਸਰਬ ਭੂਤ, ਭੂਤ ਦਾ ਅਰਥ ਜੀਵ ਵੀ ਕੀਤਾ ਜਾਂਦਾ ਹੈ। ਸਰਬ ਭੂਤ ਦਾ ਅਰਥ ਇੱਕ ਹੋਰ ਵੀ ਲਿਆ ਜਾਂਦਾ ਹੈ ਕਿ ਉਹ ਜਿਹੜਾ ਪ੍ਰਮਾਤਮਾ ਹੈ ਨਾ, ਉਹ ਸਾਰਿਆਂ ਵਿੱਚ ਸਮਾ ਕੇ ਆਪ ਵਰਤਾਰਾ, ਆਪ ਹੀ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ। ਸਰਬ ਭੂਤ ਆਪ ਵਰਤਾਰਾ, ਸਾਰਿਆਂ ਜੀਵਾਂ ਦੇ ਵਿੱਚ ਉਹ ਆਪ ਹੀ ਪ੍ਰਮਾਤਮਾ ਜਿਹੜਾ ਹੈ ਉਹ ਵਰਤ ਰਿਹਾ ਹੈ। ਹੁਣ ਇਹ ਥੋੜਾ ਜਿਹਾ ਧਿਆਨ ਨਾਲ ਸੁਣਿਓ, ਬੜੇ ਕਮਾਲ ਦੇ ਬੋਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੇ ਨੇ ਕਿ ਸਰਬ ਨੈਣ ਆਪ ਪੇਖਣ ਹਾਰਾ। ਸਰਬ ਨੈਣ, ਇਹ ਜਿੰਨੇ ਵੀ ਨੈਣ ਨੇ, ਸਾਰੇ ਜੀਵਾਂ ਦੀਆਂ ਅੱਖਾਂ ਜਿਹੜੀਆਂ ਨੇ ਉਹਦੇ ਵਿੱਚੋਂ ਪ੍ਰਮਾਤਮਾ ਆਪ ਵੇਖ ਰਿਹਾ। ਕਿੰਨੀ ਕਮਾਲ ਦੀ ਗੱਲ ਕਹੀ ਹੈ। ਹੁਣ ਜੇ ਇਹ ਪੰਕਤੀ ਲਵਾਂਗੇ ਨਾ, ਸਰਬ ਨੈਣ ਆਪ ਪੇਖਣ ਹਾਰਾ, ਤੇ ਫਿਰ ਸਰਬ ਭੂਤ ਆਪ ਵਰਤਾਰਾ ਦੇ ਅਰਥ ਆਪਣੇ ਆਪ ਹੀ ਇਹ ਬਣ ਜਾਂਦੇ ਨੇ ਕਿ ਸਾਰਿਆਂ ਜੀਵਾਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਹੈ। ਸਾਰਿਆਂ ਜੀਵਾਂ ਵਿੱਚ ਉਹ ਆਪ ਹੀ ਵਰਤ ਰਿਹਾ, ਉਹ ਮੌਜੂਦ ਹੈ। ਤੇ ਸਾਰੇ ਨੈਣ ਵੀ ਫਿਰ ਉਹਦੇ ਨੇ, ਇਹਨਾਂ ਨੈਣਾਂ ਦੇ ਰਾਹੀਂ ਉਹ ਵੇਖ ਵੀ ਆਪ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਖਿਆ ਨਾ, ਸਹਿਸ ਤਵ ਨੈਣ, ਸਹਿਸ ਹਜ਼ਾਰਾਂ ਤੇਰੀਆਂ ਅੱਖਾਂ ਨੇ ਰੱਬ, ਵਾਹਿਗੁਰੂ ਜੀ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ, ਸਾਰੀਆਂ ਮੂਰਤਾਂ ਅਸਤੀ ਤੇਰੀਆਂ ਹੀ ਨੇ। ਹਰ ਇੱਕ ਚੀਜ਼ ਤੇਰੀ ਹੈ ਕਿਉਂਕਿ ਤੂੰ ਹਰ ਇੱਕ ਦੇ ਅੰਦਰ ਬੈਠਾ ਹੈ। ਸਰਬ ਨੈਣ ਆਪ ਪੇਖਣ ਹਾਰਾ, ਐ ਵਾਹਿਗੁਰੂ ਜੀ ਇਹ ਸਾਰੇ ਨੈਣ ਤੇਰੇ ਨੇ, ਤੇ ਇਹਨਾਂ ਨੈਣਾਂ ਦੇ ਵਿੱਚ ਦੀ, ਇਹਨਾਂ ਅੱਖਾਂ ਦੇ ਵਿੱਚ ਦੀ ਤੂੰ ਆਪ ਹੀ ਦੇਖ ਰਿਹਾ ਹੈ। ਕਹਿੰਦੇ ਸਗਲ ਸਮਗਰੀ ਜਾ ਕਾ ਤਨਾ। ਤਣਾ ਦਾ ਅਰਥ ਵੈਸੇ ਸਰੀਰ ਹੈ ਇੱਥੇ, ਤਣਾ ਭਾਵ ਜਿਹਨੂੰ ਅਸੀਂ ਤਨ ਕਹਿੰਦੇ ਹਾਂ। ਵਾਹਿਗੁਰੂ ਜੀ ਮੈਂ ਅੱਗੇ ਕਰਦੇ ਹਾਂ। ਕਹਿੰਦੇ ਸਗਲ ਸਮਗਰੀ ਜਾ ਕਾ ਤਨਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਗਲ ਸਮਗਰੀ। ਸਗਲ ਸਮਗਰੀ ਭਾਵ ਸਗਲ, ਸਾਰੀ ਸਮਗਰੀ। ਇਹਦੇ ਅਰਥ ਕਰਾਂਗੇ ਕਿ ਸਮੁੱਚੀ ਕਾਇਨਾਤ ਦੀ ਹਰ ਇੱਕ ਚੀਜ਼ ਹੈ। ਸਮੁੱਚੀ ਕਾਇਨਾਤ ਜਿਹੜੀ ਹੈ, ਜ਼ਰਰਾ ਜ਼ਰਰਾ, ਇਹ ਥਲ, ਇਹ ਪਰਬਤ, ਇਹ ਪਹਾੜ, ਇਹ ਗੁਫਾਵਾਂ, ਧਰਤੀ, ਆਕਾਸ਼, ਪਤਾਲ, ਦਹਿ ਦਿਸ, ਕੁਛ ਵੀ ਕਹਿ ਲਓ ਵੀ ਜਿੰਨੀ ਵੀ ਕਾਇਨਾਤ ਹੈ, ਜਿੰਨੀ ਵੀ ਸਗਲ ਸਮਗਰੀ ਦੇ ਇਹ ਅਰਥ ਹੋਣਗੇ। ਜਾਕਾ ਤਨਾ, ਇਹ ਉਸ ਪ੍ਰਮਾਤਮਾ ਦਾ ਤਨ ਹੈ, ਇਹ ਉਸ ਪ੍ਰਮਾਤਮਾ ਦਾ ਸਰੀਰ ਹੈ। ਇਹਦੇ ਅਰਥ ਇਹ ਹੋਣਗੇ ਕਿ ਜਿੰਨੀ ਵੀ ਸਮਗਰੀ ਜੋ ਕਾਇਨਾਤ ਹੈ, ਉਹਨਾਂ ਸਾਰਿਆਂ ਦੇ ਅੰਦਰ ਪ੍ਰਮਾਤਮਾ ਬੈਠਾ ਹੋਇਆ ਹੈ। ਸਗਲ ਸਮਗਰੀ ਜਾ ਕਾ ਤਨਾ, ਇਹ ਉਹਦਾ ਤਨ ਹੈ। ਇਹਨਾਂ ਸਾਰਿਆਂ ਦੇ ਅੰਦਰ, ਰੇਤ ਦੇ ਟਿੱਲਿਆਂ ਦੇ ਵਿੱਚ ਵੀ ਉਹ ਹੈ, ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਵੀ ਉਹ ਆਪ ਵਸਿਆ ਹੈ। ਕਹਿਣ ਦਾ ਭਾਵ ਹਰ ਜਗ੍ਹਾ ਤੇ ਉਹ ਪ੍ਰਮਾਤਮਾ ਹੈ। ਸਗਲ ਸਮਗਰੀ ਜਾ ਕਾ ਤਨਾ। ਫਿਰ ਕਹਿੰਦੇ ਆਪਨ ਜਸ ਆਪ ਹੀ ਸੁਣਾ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਆਪਨ ਜਸ। ਵੇਖੋ ਹੁਣ ਜੇ ਸਾਰਿਆਂ ਦੇ ਵਿੱਚ ਆਪ ਹੈ ਤੇ ਫਿਰ ਆਪਣਾ ਜਸ ਉਹ ਪ੍ਰਮਾਤਮਾ, ਵੇਖੋ ਇਹ ਅੱਖਾਂ ਵੀ ਉਹਦੀਆਂ, ਇਹ ਕੰਨ ਵੀ ਉਹਦੇ ਹਨ, ਕੋਈ ਫਰਕ ਨਹੀਂ ਹੈ। ਜੇ ਸਾਰੀਆਂ ਅੱਖਾਂ ਦੇ ਵਿੱਚ ਬੈਠਾ ਉਹ ਆਪ ਦੇਖ ਰਿਹਾ ਹੈ ਤੇ ਸਾਰੇ ਕੰਨਾਂ ਦੇ ਰਾਹੀਂ ਉਹ ਸੁਣ ਵੀ ਸਭ ਕੁਝ ਰਿਹਾ ਹੈ। ਗੁਰੂ ਅਰਜਨ ਸਾਹਿਬ ਨੇ ਆਖਿਆ ਕਿ ਆਪਨ ਜਸ ਆਪ ਹੀ ਸੁਣਾ।
ਉਹ ਸਰਬ ਵਿਆਪਕ ਹੋ ਕੇ ਜਿਹੜਾ ਆਪਣਾ ਜਸ, ਆਪਣੀ ਸ਼ੋਭਾ, ਆਪਣੀ ਵਡਿਆਈ ਵੀ ਸੁਣ ਰਿਹਾ ਹੈ। ਆਵਨ ਜਾਨ ਇੱਕ ਖੇਲ ਬਣਾਇਆ। ਗੁਰੂ ਸਾਹਿਬ ਨੇ ਆਖਿਆ ਇਹ ਉਹਨੇ ਇੱਕ ਖੇਡ ਬਣਾ ਦਿੱਤਾ, ਇੱਕ ਤਮਾਸ਼ਾ ਬਣਾ ਦਿੱਤਾ, ਇੱਕ ਖੇਡ ਰਚ ਦਿੱਤੀ। ਕਿਹੜੀ ਖੇਡ? ਆਵਨ ਜਾਨ, ਜੰਮਣਾ ਤੇ ਮਰਨਾ, ਜਨਮ ਤੇ ਮੌਤ। ਬੜੀ ਵੱਡੀ ਖੇਡ ਉਸ ਪਰਮਾਤਮਾ ਨੇ ਰਚੀ ਹੈ। ਜੇ ਇਹ ਖੇਡ ਨਾ ਰਚੀ ਹੁੰਦੀ ਤੇ ਅਸੀਂ ਰੱਬ ਨੂੰ ਕੁਝ ਸਮਝਣਾ ਹੀ ਨਹੀਂ ਸੀ। ਸੱਚਾਈ ਹੈ, ਜੇ ਮੌਤ ਦਾ ਡਰ ਨਾ ਹੋਵੇ, ਮੌਤ ਦਾ ਡਰ, ਕੋਈ ਰੱਬ ਨੂੰ ਕੁਝ ਸਮਝੇ ਹੀ ਨਾ। ਅੱਜ ਵੀ ਇਸ ਤਰ੍ਹਾਂ ਹੋ ਰਿਹਾ ਹੈ, ਸਾਨੂੰ ਨਹੀਂ ਪਤਾ ਕਿ ਮੌਤ ਤੋਂ ਬਾਅਦ ਕੀ ਹੁੰਦਾ। ਵੈਸੇ ਇੱਕ ਗੱਲ ਹੈ, ਸਾਨੂੰ ਪਤਾ ਹੈ ਮੌਤ ਤੋਂ ਬਾਅਦ ਕੀ ਹੁੰਦਾ। ਪਤਾ ਨਹੀਂ ਕਿੰਨੀ ਵਾਰ ਜਨਮ ਲੈ ਕੇ ਕਿੰਨੀ ਵਾਰ ਸਾਨੂੰ ਮੌਤ ਆਈ, ਕਿੰਨੀ ਵਾਰ ਉਹ ਖੰਡੇ ਧਾਰ ਗਲੀਅਤ ਭੀੜੀ ਜਿਹੜੀ ਉਹਦੇ ਵਿੱਚੋਂ ਲੰਘ ਚੁੱਕੇ ਆ, ਕਿੰਨੀ ਵਾਰ, ਹਜ਼ਾਰਾਂ ਵਾਰ, ਲੱਖਾਂ ਵਾਰ ਇੱਥੇ ਆ ਕੇ ਮਾਇਆ ਨੇ ਪਰਦਾ ਪਾਤਾ। ਉਹਦੀ ਸਮਝ ਨਹੀਂ ਰਹੀ, ਪਤਾ ਸਾਨੂੰ ਸਭ ਕੁਛ ਹੈ। ਬਸ ਸੰਸਾਰ ਦੀ ਮਾਇਆ ਜਿਹੜੀ ਕਹਿ ਰਹੀ ਹੈ ਕਿ ਕੁਛ ਵੀ ਨਹੀਂ ਹੈ ਮੌਤ ਤੋਂ ਬਾਅਦ। ਮੈਂ ਇੱਕ ਗੱਲੋਂ ਹੈਰਾਨ ਹੁੰਦਾ, ਜੇ ਮੌਤ ਤੋਂ ਬਾਅਦ ਕੁਛ ਨਹੀਂ ਹੈ ਤੇ ਫਿਰ ਮੌਤ ਕੀ ਹੈ? ਮੌਤ ਕਿਉਂ ਹੈ? ਫਿਰ ਮੌਤ ਕਿਉਂ ਉਸ ਰੱਬ ਨੇ ਬਣਾਈ ਜਾਂ ਜਿੰਨੇ ਵੀ ਬਣਾਈ? ਇਹ ਮੌਤ ਸਾਨੂੰ ਦੱਸਦੀ ਹੈ ਕਿ ਜੀਵ, ਤੈਨੂੰ ਕੋਈ ਭੇਜਣ ਵਾਲਾ ਵੀ ਹੈ ਤੇ ਤੈਨੂੰ ਕੋਈ ਵਾਪਸ ਲੈ ਕੇ ਜਾਣ ਵਾਲਾ ਵੀ ਹੈ। ਇਹ ਮੌਤ ਸਾਨੂੰ ਦੱਸਦੀ ਹੈ ਕੋਈ ਹਸਤੀ ਹੈ, ਕੋਈ ਸ਼ਕਤੀ, ਤਾਕਤ ਹੈ। ਖੈਰ, ਆਵਨ ਜਾਨ ਇੱਕ ਖੇਲ ਬਣਾਇਆ। ਇਹ ਉਸ ਪਰਮਾਤਮਾ ਨੇ ਇੱਕ ਖੇਡ ਬਣਾ ਦਿੱਤੀ, ਇੱਕ ਤਮਾਸ਼ਾ ਬਣਾ ਦਿੱਤਾ। ਕਿਹੜਾ? ਜੰਮਣਾ ਤੇ ਜੀਵ ਦਾ ਜਨਮ ਤੇ ਮੌਤ ਜਿਹੜਾ। ਆਗਿਆਕਾਰੀ ਕੀਨੀ ਮਾਇਆ। ਕਹਿੰਦੇ ਉਸ ਪਰਮਾਤਮਾ ਨੇ ਫਿਰ ਕੀ ਕੀਤਾ ਕਿ ਜਿਹੜੀ ਆਗਿਆਕਾਰੀ, ਇਹ ਕੀਨੀ ਮਾਇਆ, ਇਹ ਸਾਡੀ ਆਗਿਆਕਾਰੀ ਨਹੀਂ ਹੈ, ਇਹ ਪਰਮਾਤਮਾ ਦੀ ਆਗਿਆਕਾਰੀ ਹੈ। ਆਗਿਆਕਾਰੀ ਕੀਨੀ ਮਾਇਆ, ਉਹਨੇ ਜਿਹੜੀ ਮਾਇਆ ਬਣਾਈ ਉਹਨੂੰ ਆਪਣੀ ਆਗਿਆ ਵਿੱਚ ਰੱਖ ਲਿਆ, ਉਹਨੇ ਆਪਣੇ ਹੁਕਮ ਵਿੱਚ ਰੱਖ ਲਿਆ। ਮਾਇਆ ਸਾਡੇ ਤੋਂ ਬਾਹਰ ਹੈ, ਪਰਮਾਤਮਾ ਤੋਂ ਬਾਹਰ ਨਹੀਂ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਉਹਨੇ ਆਪਣੇ ਹੁਕਮ ਵਿੱਚ ਇਹਨੂੰ ਰੱਖ ਲਿਆ। ਕਹਿੰਦੇ ਸਭ ਕੈ ਮੱਧ ਅਲਿਪਤੋ ਰਹਿ। ਹੁਣ ਪਰਮਾਤਮਾ ਸਭ ਕੈ ਮੱਧ ਹੈ, ਸਾਰਿਆਂ ਦੇ। ਮੱਧ ਦਾ ਭਾਵ ਹੈ, ਵੈਸੇ ਮੱਧ ਸ਼ਬਦ ਦਾ ਸ਼ਾਬਦਿਕ ਅਰਥ ਬਣਦਾ ਹੈ ਸੈਂਟਰ, ਵਿਚਕਾਰ। ਸਭ ਕੈ ਮੱਧ, ਸਾਰਿਆਂ ਦੇ ਅੰਦਰ, ਸਾਰਿਆਂ ਦੇ ਵਿੱਚ ਹੈ। ਪਰ ਅਲਿਪਤੋ ਰਹਿ, ਅਲਿਪਤ ਹੈ। ਅਸੀਂ ਕਹੀਏ ਚੋਰ ਦੇ ਅੰਦਰ ਰੱਬ ਹੈ ਤੇ ਉਹ ਚੋਰ ਹੋਏਗਾ? ਨਹੀਂ, ਉਹ ਚੋਰੀ ਤੋਂ ਅਲਿਪਤ ਹੈ। ਉਹ ਇਨਸਾਨ ਦੇ ਅੰਦਰ ਮਾਇਆ ਪ੍ਰਭਾਵ ਪਾਉਂਦੀ ਹੈ। ਵਾਹਿਗੁਰੂ ਇਨਸਾਨ ਦੇ ਅੰਦਰ ਬੈਠਾ, ਪਰ ਮਾਇਆ ਦੇ ਪ੍ਰਭਾਵ ਤੋਂ ਬਾਹਰ ਅਲਿਪਤ ਇਹਨੂੰ ਕਿਹਾ ਜਾਂਦਾ ਹੈ, ਜਿਹੜਾ ਲਿਪਤ ਨਹੀਂ ਹੁੰਦਾ। ਅਸੀਂ ਸੰਸਾਰ ਵਿੱਚ ਰਹਿ ਕੇ ਸੰਸਾਰ ਵਿੱਚ ਲਿਪਤ ਹੋ ਜਾਂਦੇ ਹਾਂ, ਪਰ ਪਰਮਾਤਮਾ ਸਾਡੇ ਅੰਦਰ ਰਹਿੰਦਾ ਹੋਇਆ ਵੀ ਅਲਿਪਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਕਿਉਂ ਜੰਗਲਾਂ ਵਿੱਚ ਉਹਨੂੰ ਖੋਜ ਰਿਹਾ? ਸਰਬ ਨਿਵਾਸੀ, ਜਿਹੜਾ ਸਾਰਿਆਂ ਵਿੱਚ ਵੱਸਦਾ ਹੈ, ਸਦਾ ਅਲੇਪਾ, ਪਰ ਉਹ ਸਾਰਿਆਂ ਵਿੱਚ ਵੱਸਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਹੈ। ਇਹੀ ਸ਼ਬਦ ਹੈ ਅਲਿਪਤੋ। ਸਭ ਕੈ ਮੱਧ ਅਲਿਪਤੋ ਰਹਿ, ਸਾਰਿਆਂ ਦੇ ਅੰਦਰ ਹੈ ਪਰ ਅਲਿਪਤ ਹੈ ਮਾਇਆ ਤੋਂ। ਜੋ ਕਿਛ ਕਹਿਣਾ ਸੋ ਆਪੇ ਕਹੈ। ਵੇਖੋ, ਜੋ ਵੀ ਉਹਨੇ ਕਹਿਣਾ ਹੁੰਦਾ ਨਾ ਜੀਵਾਂ ਨੂੰ, ਅਸੀਂ ਕਹਿੰਦੇ ਨਾ ਵੀ ਜੋ ਕਰਵਾਉਂਦਾ ਹੈ, ਜੋ ਕਰਾਉਂਦਾ ਹੈ ਆਪਣੀ ਮਰਜ਼ੀ ਨਾਲ ਕਰਾਉਂਦਾ ਹੈ, ਤੇ ਜੋ ਉਹਨੇ ਜੀਵਾਂ ਨੂੰ ਕਹਿਣਾ ਹੈ ਆਪਣੀ ਮਰਜ਼ੀ ਨਾਲ ਕਹਿ ਵੀ ਦਿੰਦਾ ਹੈ। ਕਹਿਣਾ ਦਾ ਅਰਥ ਜਿਹੜਾ ਹੈ ਨਾ, ਥੋੜਾ ਜਿਹਾ ਡੂੰਘਾ ਸਾਨੂੰ ਲੈ ਕੇ ਜਾਣਾ ਪਏਗਾ। ਜੋ ਕੁਛ ਕਹਿਣਾ, ਜਿਹੜੇ ਪ੍ਰਮਾਤਮਾ ਦੇ ਭਗਤ ਨੇ, ਗੁਰੂ ਨੇ, ਪੈਗੰਬਰ ਨੇ, ਉਸ ਪ੍ਰਮਾਤਮਾ ਨਾਲ ਗੱਲਾਂ ਕਰਦੇ ਨੇ। ਕਿਉਂਕਿ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਕਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਮੈਂ ਆਵੈ, ਮੈਨੂੰ ਆਉਂਦੀ ਹੈ, ਖਸਮ ਮੇਰੇ ਨਾਲ ਗੱਲਾਂ ਕਰਦਾ, ਜੋ ਮੈਨੂੰ ਕਹਿੰਦਾ ਹੈ, ਤੈਸੜਾ ਕਰੀ ਗਿਆਨ ਵੇ ਲਾ ਲਓ। ਤੂੰ ਉਹ ਗਿਆਨ ਮੈਂ ਤੈਨੂੰ ਦੱਸਣ ਜਾ ਰਿਹਾ, ਲਾ ਲਓ, ਸੁਣ ਧਿਆਨ ਨਾਲ, ਜੋ ਮੈਨੂੰ ਖਸਮ ਮਾਲਕ ਕਹਿ ਰਿਹਾ ਹੈ। ਆ ਕਹਿੰਦੇ ਜੋ ਕੁਛ ਕਹਿਣਾ ਸੋ ਆਪੇ ਕਹੇ। ਹੁਣ ਮੇਰੇ ਵਰਗਾ ਕਹੇ ਜੀ ਮੈਨੂੰ ਤਾਂ ਰੱਬ ਕੁਛ ਨਹੀਂ ਕਹਿ ਰਿਹਾ, ਮੈਨੂੰ ਤਾਂ ਵਾਹਿਗੁਰੂ, ਮੇਰੇ ਕੰਨਾਂ ਵਿੱਚ ਤਾਂ ਉਹਦੀ ਆਵਾਜ਼ ਸੁਣਦੀ ਨਹੀਂ ਹੈ। ਸਾਨੂੰ ਮਾਇਆ ਦੀਆਂ ਆਵਾਜ਼ਾਂ ਸੁਣ ਜਾਣ ਥੋੜ੍ਹੀਆਂ ਆਏ, ਅਸੀਂ ਉਹਨੂੰ ਕਿਵੇਂ ਸੁਣਾਂਗੇ? ਖੈਰ, ਮੇਰੇ ਪਾਤਸ਼ਾਹ ਜੀ ਨੇ ਆਖਿਆ, ਆਗਿਆ ਆਵੈ ਆਗਿਆ ਜਾਏ। ਇਨਸਾਨ ਜਿਹੜਾ ਹੈ ਨਾ, ਉਹਦੀ ਆਗਿਆ ਵਿੱਚ ਆਉਂਦਾ ਹੈ ਤੇ ਆਗਿਆ ਵਿੱਚ ਹੀ ਚਲਾ ਜਾਂਦਾ ਹੈ। ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ।
ਆਗਿਆ ਵਿੱਚ ਹੀ ਹੈ ਨਾ, ਜਦੋਂ ਘੱਲਦਾ ਹੈ ਭੇਜਦਾ ਹੈ ਤੇ ਅਸੀਂ ਆ ਜਾਣਾ, ਜਦੋਂ ਸੱਦਦਾ ਹੈ ਤੇ ਅਸੀਂ ਵਾਪਸ ਚਲੇ ਜਾਂਦੇ ਹਾਂ। ਆਗਿਆ ਆਵੈ ਆਗੇ ਆ ਜਾਏ, ਨਾਨਕ ਜਾ ਭਾਵੈ ਤਾ ਲਏ ਸਮਾਏ। ਇੱਥੇ ਵਿਸ਼ਰਾਮ 2 ਦੇਣੇ ਪੈਣਗੇ, ਇੱਕ ਵਾਰ ਨਾਨਕ ਤੇ ਰੁਕਣਾ ਪਏਗਾ, ਫਿਰ ਦੂਜੀ ਵਾਰ ਜਾ ਭਾਵੈ ਤੇ। ਨਾਨਕ ਜਾ ਭਾਵੈ, ਜੇ ਉਹਨੂੰ ਭਾ ਗਿਆ, ਦੇਖੋ ਜਾ ਭਾਵੈ ਜਿਹੜਾ ਉਹਨੂੰ ਭਾ ਗਿਆ, ਤਾਂ ਲਏ ਸਮਾਏ, ਉਹਨੂੰ ਆਪਣੇ ਵਿੱਚ ਸਮਾ ਲੈਂਦਾ, ਆਪਣੇ ਵਿੱਚ ਲੀਨ ਕਰ ਲੈਂਦਾ। ਕਹਿਣ ਦਾ ਭਾਵ ਉਹਨੂੰ ਆਪਣਾ ਹੀ ਰੂਪ ਬਣਾ ਦਿੰਦਾ ਹੈ। ਉਹਦੇ ਤੇ ਫਿਰ ਇਨਸਾਨ ਵਿੱਚ ਕੋਈ ਫਰਕ ਜਿਹੜਾ ਉਹ ਨਹੀਂ ਰਹਿ ਜਾਂਦਾ। ਨਾਨਕ ਜਾ ਭਾਵੈ ਤਾਂ ਲਏ ਸਮਾਏ। ਫਿਰ ਮੇਰੇ ਪਾਤਸ਼ਾਹ ਜੀ ਨੇ 7ਵੇਂ ਬੰਦ ਵਿੱਚ ਆਖਿਆ, ਕਹਿੰਦੇ ਇਸ ਤੇ ਹੋਏ ਸੋ ਨਾਹੀ ਬੁਰਾ। ਇਸ ਤੇ ਪ੍ਰਮਾਤਮਾ ਵਾਲੇ ਪਾਸਿਓਂ, ਜੋ ਪ੍ਰਮਾਤਮਾ ਵਾਲੇ ਪਾਸਿਓਂ ਹੁੰਦਾ ਹੈ ਨਾ, ਸੋ ਨਾਹੀ ਬੁਰਾ, ਉਹ ਮਾੜਾ ਨਹੀਂ ਹੁੰਦਾ ਕਦੇ ਵੀ। ਸਾਨੂੰ ਮਾੜਾ ਲੱਗਦਾ ਹੈ ਕਿਉਂਕਿ ਅਸੀਂ ਜਿਹੜੇ ਇਨਸਾਨ ਆ ਨਾ, ਅਸੀਂ ਜਿਹੜੇ ਜੀਵ ਆ, ਅਸੀਂ ਆਪਣਾ ਨਫਾ ਆਪਣਾ ਨੁਕਸਾਨ ਜਿਹੜਾ ਉਹ ਆਪਣੀ ਮੱਤ ਦੇ ਹਿਸਾਬ ਨਾਲ ਸੋਚਦੇ ਹਾਂ ਕਿ ਇਹ ਸਾਡਾ ਨਫਾ ਹੈ, ਇੱਥੇ ਸਾਡਾ ਨੁਕਸਾਨ ਹੈ। ਹੁਣ ਤੇ ਖੈਰ ਨਫਾ ਤੇ ਨੁਕਸਾਨ ਮਾਇਆ ਹੀ ਰਹਿ ਗਈ। ਧਨ ਦੌਲਤ ਬਹੁਤ ਹੈ ਤੇ ਨਫਾ ਹੈ, ਗਈ ਚਲੀ ਤੇ ਨੁਕਸਾਨ ਹੈ। ਬਸ ਜ਼ਿੰਦਗੀ ਵਾਲੇ ਪਾਸਿਓਂ ਅਸੀਂ ਕਦੇ ਨਫੇ ਨੁਕਸਾਨ ਬਾਰੇ ਸੋਚਦੇ ਹੀ ਨਹੀਂ ਹਾਂ। ਧਰਮ ਵਾਲੇ ਪਾਸਿਓਂ ਕਦੇ ਨਫਾ ਨੁਕਸਾਨ ਅਸੀਂ ਸੋਚਦੇ ਹੀ ਨਹੀਂ ਹਾਂ। ਬੰਦਗੀ ਵਾਲੇ ਪਾਸਿਓਂ ਨਫੇ ਨੁਕਸਾਨ ਵਾਲੇ ਪਾਸੇ ਜਾਂਦੇ ਹੀ ਨਹੀਂ ਹਾਂ ਅਸੀਂ। ਇਹ ਸੱਚਾਈ ਹੈ। ਕਹਿੰਦੇ ਇੱਕ ਗੱਲ ਸਮਝ ਲਓ, ਇਸ ਤੇ ਹੋਏ ਜੋ ਇਸ ਵੱਲੋਂ ਪ੍ਰਮਾਤਮਾ ਵੱਲੋਂ ਹੁੰਦਾ ਹੈ, ਸੋ ਨਾ ਹੀ ਬੁਰਾ, ਉਹ ਕਦੇ ਵੀ ਮਾੜਾ ਨਹੀਂ ਹੁੰਦਾ ਜੀਵ ਵਾਸਤੇ, ਉਹ ਹਮੇਸ਼ਾ ਚੰਗਾ ਹੀ ਹੁੰਦਾ ਹੈ। ਔਰ ਹੈ ਕਹੋ, ਉਹ ਊੜੇ ਦਾ ਮੂੰਹ ਖੁੱਲਾ ਹੈ, ਦੇਖੋ ਹੋੜਾ ਲੱਗਾ ਹੈ, ਔਰ ਹੈ ਕਹੋ ਕਿਨੈ ਕੱਛ ਕਰਾ। ਇੱਥੇ ਕਿਛ ਨਹੀਂ ਕਹਿਣਾ, ਇੱਥੇ ਕਹਿਣਾ ਕੱਛ। ਦੇਖੋ ਕੱਕਾ ਵੀ ਮੁਕਤਾ ਹੈ, ਛੱਛੇ ਨੂੰ ਅੰਕੜ ਹੈ। ਔਰ ਹੈ ਕਹੋ ਕਿਨੈ ਕੱਛ ਕਰਾ, ਕਹਿੰਦੇ ਦੱਸੋ ਫਿਰ। ਔਰ ਹੈ ਕਹੋ, ਰੱਬ ਤੋਂ ਬਿਨਾਂ ਦੱਸੋ ਕਿਸੇ ਨੇ ਕੁਝ ਕੀਤਾ ਅੱਜ ਤੱਕ? ਕੀਤਾ ਕਿਸੇ ਨੇ ਕੁਝ? ਭਾਈ ਗੁਰਦਾਸ ਦਾ ਇੱਕ ਕਵਿਤ ਬੜੇ ਕਮਾਲ ਦਾ, ਕਹਿੰਦੇ ਪ੍ਰਮਾਤਮਾ ਨੇ 5 ਤੱਤ ਬਣਾ ਦਿੱਤੇ। ਪ੍ਰਮਾਤਮਾ ਨੇ 5 ਤੱਤ ਬਣਾਏ। ਗੱਲ ਤੇ ਤਾਂ ਬਣਦੀ ਨਾ ਕੋਈ 6ਵਾਂ ਤੱਤ ਉਹਦੇ ਬਰਾਬਰ ਖੜਾ ਕਰੇ ਲਿਆ ਕੇ, ਗੱਲ ਤੇ ਤਾਂ ਬਣੇਗੀ ਨਾ। ਅਸਲੀਅਤ ਹੈ ਰੱਬ ਤੋਂ ਬਿਨਾਂ ਕਿਸੇ ਨੇ ਕਦੇ ਕੁਝ ਨਹੀਂ ਕੀਤਾ, ਕਦੇ ਵੀ ਕੁਝ ਨਹੀਂ। ਧਰਮ ਵੀ ਉਹ ਫੈਲਾਉਣ ਵਾਲਾ ਤੇ ਅਧਰਮ ਵੀ ਉਹ ਫੈਲਾਉਣ ਵਾਲਾ ਹੈ, ਕਿਉਂਕਿ ਉਹ ਵੇਖਦਾ ਹੈ ਫਿਰ ਕਿਹੜਾ ਧਰਮ ਧਰਮੀ ਬਣ ਕੇ ਧਰਮ ਵਾਲੇ ਪਾਸੇ ਆ ਕੇ ਵਿੱਚੋਂ ਨਿਕਲਦਾ ਹੈ। ਅੱਗੇ ਆਖਿਆ ਆਪ ਭਲਾ ਕਰਤੂਤ ਅਤ ਨੀਕੀ। ਕਰਤੂਤ ਦਾ ਅਰਥ ਹੈ ਕੰਮ ਤੇ ਨੀਕੀ ਦਾ ਅਰਥ ਹੈ ਚੰਗਾ, ਚੰਗੀ ਇੱਥੇ ਆਏਗਾ। ਉਹ ਆਪ ਭਲਾ, ਪਰਮਾਤਮਾ ਆਪ ਵੀ ਭਲਾ ਹੈ, ਔਰ ਉਹਦਾ ਜਿਹੜਾ ਕੰਮ ਹੈ ਨਾ, ਕਰਤੂਤ ਦਾ ਅਰਥ ਹੈ, ਅਸੀਂ ਇੱਥੇ ਨਾ ਸਮਝਿਓ ਕਿ ਵੀ ਹਾਂ ਅਸੀਂ ਅੱਜ ਸ਼ਬਦ ਵਰਤਦੇ ਹਾਂ ਇਹਦੀ ਕਰਤੂਤ ਬੜੀ ਮਾੜੀ ਹੈ। ਕਰਤੂਤ ਮਾੜੀ ਜ਼ਰੂਰ ਕਹਿੰਦੇ ਹਾਂ, ਕਰਤੂਤ ਚੰਗੀ ਕਦੇ ਨਹੀਂ ਕਹਿੰਦੇ ਅਸੀਂ। ਇੱਥੇ ਹੈ ਕਿ ਉਹਦਾ ਕੰਮ ਜਿਹੜਾ ਹੈ ਨਾ ਉਹ ਬਹੁਤ ਚੰਗਾ ਹੈ, ਆਪ ਵੀ ਚੰਗਾ ਹੈ, ਆਪ ਵੀ ਭਲਾ ਹੈ, ਤੇ ਉਹਦਾ ਕੰਮ ਵੀ ਭਲਾ ਹੈ। ਆਪੇ ਜਾਣੈ ਆਪਣੇ ਜੀ ਕੀ। ਸੱਚੇ ਪਾਤਸ਼ਾਹ ਜੀ ਨੇ ਆਖਿਆ ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ। ਆਪੇ ਜਾਣ ਆਪਣੇ ਜੀ ਕੀ, ਆਪਣੇ ਜੀਵ ਦੀ, ਆਪਣੇ ਅੰਦਰ ਦੀ ਉਹ ਆਪ ਹੀ ਜਾਣਦਾ। ਇਹਦਾ ਭੇਦ ਕਿਸੇ ਨੂੰ ਨਹੀਂ ਹੁੰਦਾ, ਨਾ ਹੀ ਕੋਈ ਇਸ ਭੇਦ ਨੂੰ ਅੱਜ ਤੱਕ ਜਾਣ ਸਕਿਆ ਹੈ। ਆਪ ਸਾਚ ਧਾਰੀ ਸਭ ਸਾਚ। ਆਪ ਸਾਚ, ਆਪ ਸੱਚਾ ਹੈ, ਧਾਰੀ ਸਭ ਸਾਚ। ਧਾਰੀ ਦਾ ਜਿਹੜਾ ਇੱਥੇ ਅਰਥ ਆਏਗਾ ਨਾ, ਆਸਰਾ ਆਏਗਾ। ਧਾਰੀ ਸਭ ਸਾਚ, ਸਭ ਦਾ ਅਰਥ ਹੈ ਜੋ ਵੀ ਕਾਇਨਾਤ ਹੈ। ਇਹ ਵੇਖੋ ਇਹਦੇ ਅਰਥ ਥੋੜੇ ਜਿਹੇ ਧਿਆਨ ਨਾਲ ਸੁਣਿਓ, ਵੱਖੋ ਵੱਖ ਅੱਖਰਾਂ ਦੇ ਹਿਸਾਬ ਨਾਲ। ਆਪ ਸਾਚ, ਆਪ ਸੱਚਾ ਹੈ, ਹੋਂਦ ਵਾਲਾ ਹੈ, ਕਾਇਮ ਹੈ। ਧਾਰੀ, ਧਾਰੀ ਦਾ ਅਰਥ ਹੈ ਆਸਰਾ। ਸਭ ਜੋ ਵੀ ਕਾਇਨਾਤ ਹੈ, ਜਿੰਨੀ ਵੀ ਸ੍ਰਿਸ਼ਟੀ ਹੈ, ਸਾਚ ਇਹ ਆਪ ਵੀ ਸੱਚਾ ਹੈ, ਤੇ ਜੋ ਸਾਰੀ ਕਾਇਨਾਤ ਹੈ ਉਹ ਸੱਚੀ ਹੈ, ਪਰ ਇਹ ਉਹਦੇ ਆਸਰੇ ਹੈ। ਸਮਝਿਓ, ਰਚਨਾ ਜਿੰਨੀ ਵੀ ਹੈ ਨਾ ਹੈ ਸੱਚੀ, ਪਰ ਉਹਦੇ ਆਸਰੇ ਹੈ, ਉਹਦੇ ਆਸਰੇ ਤੋਂ ਬਿਨਾਂ ਇਹ ਨਹੀਂ ਹੈ, ਉਹਦੇ ਆਸਰੇ ਹੀ ਟਿਕੀ ਹੈ। ਓਤ ਪੋਤ ਆਪਨ ਸੰਗ ਰਾਜ। ਓਤ ਪੋਤ ਤਾਣੇ ਪੇਟੇ ਵਾਂਗੂ ਪਰੋਈ ਹੋਈ ਹੈ, ਆਪਨ ਸੰਗ ਰਾਜ, ਰਾਜ ਦਾ ਭਾਵ ਹੈ ਮਿਲਾਈ ਹੋਈ।
ਇਹ ਸਾਰੀ ਸ੍ਰਿਸ਼ਟੀ ਹੋਣ ਵਾਲੀ ਹੈ ਤੇ ਤਾਣੇ ਪੇਟੇ ਵਾਂਗੂ ਉਹਨੇ ਆਪਣੇ ਨਾਲ ਮਿਲਾਈ ਹੋਈ ਹੈ, ਆਪਣੇ ਅੰਦਰ ਰਚੀ ਹੋਈ ਹੈ, ਆਪਣ ਸੰਗ ਰਾਜ ਆਪਣੇ ਨਾਲ। ਸਭ ਦੇ ਵਿੱਚ ਉਹ ਆਪ ਹੈ, ਸਭ ਕੈ ਮੱਧ ਅਲਿਪਤੋ ਰਹਿ ਕਿਆਨ, ਸਾਰਿਆਂ ਦੇ ਅੰਦਰ ਉਹ ਆਪ ਪ੍ਰਮਾਤਮਾ ਹੈ। ਇਸੇ ਤਰ੍ਹਾਂ ਹੀ ਓਤ ਪੁੱਤ ਤਾਣੇ ਪੇਟੇ ਵਾਂਗੂ ਹੈ। ਕਹਿੰਦੇ ਤਾਂ ਕਿ ਗਤ ਮਿਤ ਕਹੀ ਨਾ ਜਾਏ। ਉਸ ਪ੍ਰਮਾਤਮਾ ਦੀ ਗਤ ਮਿਤ ਜਿਹੜੀ ਹੈ ਨਾ, ਉਹਦੀ ਅਵਸਥਾ ਜਿਹੜੀ ਹੈ ਉਹ ਕਿੱਡਾ ਵੱਡਾ ਹੈ, ਕਿਹੋ ਜਿਹਾ ਹੈ, ਕਿਸ ਤਰ੍ਹਾਂ ਦਾ ਹੈ, ਉਹਦਾ ਰੂਪ ਕੀ ਹੈ, ਰੰਗ ਕੀ ਹੈ, ਰੇਖ ਕੀ ਹੈ, ਭੇਖ ਕੀ ਹੈ, ਵਰਨ ਕੀ ਹੈ, ਕੁੱਲ ਕੀ ਹੈ, ਜਾਤ ਕੀ ਹੈ। ਸੱਚੇ ਪਾਤਸ਼ਾਹ ਨੇ ਆਖਿਆ ਕਹੀ ਨਾ ਜਾਏ। ਇਹ ਨਹੀਂ ਕਹੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ ਉਹਦੀ ਗਤ ਮਿਤ ਜਿਹੜੀ ਹੈ। ਜਾਂ ਇਹ ਸ਼ਬਦ ਇਹਦੇ ਲਈ ਵਰਤਿਆ ਜਾਏ ਕਿ ਪਰਮਾਤਮਾ ਜੋ ਹੈ ਉਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ ਉਹ ਕਿਹੋ ਜਿਹਾ ਹੈ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਉਹਦੀ ਗਤ ਮਿਤ ਜਿਹੜੀ ਉਹ ਕਹੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਕਹਿੰਦੇ ਦੂਸਰ ਹੋਏ ਤਾਂ ਸੋਝੀ ਪਾਏ। ਕਿੱਡੇ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਕਹਿੰਦੇ ਕੋਈ ਉਹਦੇ ਵਰਗਾ ਦੂਜਾ ਹੋਏ, ਸੇਮ ਹੀ ਉਹੋ ਜਿਹਾ, ਬਿਲਕੁਲ ਉਹੋ ਜਿਹਾ, ਉਨੀ ਤਾਕਤ ਉਨੀ ਸਮਰੱਥਾ ਵਾਲਾ ਕੋਈ ਦੂਜਾ ਹੋਵੇ ਤਾਂ ਸੋਝੀ ਪਾਏ, ਤਾਂ ਉਹਦੀ ਸੋਝੀ ਆਏ, ਤਾਂ ਉਹਦੀ ਸਮਝ ਆਏਗੀ। ਕਿੰਨੇ ਕਮਾਲ ਦੀ ਗੱਲ ਹੈ ਨਾ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਸੱਚੇ ਪਾਤਸ਼ਾਹ ਨੇ ਆਖਿਆ ਤਾਂ ਹੀ ਸੋਝੀ ਪਏਗੀ, ਤਾਂ ਹੀ ਅਸੀਂ ਤੁਲਨਾ ਕਰ ਸਕਾਂਗੇ, ਕਵਾਂਗੇ ਰੱਬ ਕਿਹੋ ਜਿਹਾ ਜੀ, ਫਲਾਣੇ ਵਰਗਾ। ਅਸੀਂ ਅੱਜ ਕਹਿੰਦੇ ਨਾ ਉਹ ਬੰਦਾ ਕਿਹੋ ਜਿਹਾ ਹੈ, ਜੇ ਚੰਗਾ ਹੋਏਗਾ ਤਾਂ ਕਿਸੇ ਚੰਗੇ ਨਾਲ ਉਹਦੀ ਤੁਲਨਾ ਕਰਦੇ ਹਾਂ ਵੀ ਉਹਦੇ ਵਰਗਾ ਹੋਏਗਾ, ਮਾੜਾ ਹੈ ਤੇ ਮਾੜੇ ਨਾਲ ਤੁਲਨਾ ਕਰ ਦੇਣੀ ਯਾਰ ਉਹਦੇ ਵਰਗਾ, ਜਿਹੋ ਜਿਹਾ ਪਿਓ ਉਹੋ ਜਿਹਾ ਪੁੱਤਰ, ਕਹਿੰਦੇ ਨੇ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਇੱਥੇ ਪ੍ਰਮਾਤਮਾ ਦੀ ਤੁਲਨਾ ਕਰਨ ਵਾਲਾ ਉਹਦੇ ਸਮਾਨ, ਉਹਦੇ ਵਰਗਾ ਕੋਈ ਹੈ ਹੀ ਨਹੀਂ। ਤਾਂ ਹੀ ਪਾਤਸ਼ਾਹ ਨੇ ਆਖਿਆ ਤਾਂ ਕਿ ਗਤ ਮਿਤ ਕਹੀ ਨਾ ਜਾਏ। ਭਾਈ ਉਸ ਪ੍ਰਮਾਤਮਾ ਦੀ ਗਤ ਮਿਤ ਨਹੀਂ ਕਹੀ ਜਾ ਸਕਦੀ। ਦੂਸਰ ਹੋਏ ਤਾਂ ਸੋਝੀ ਪਾਏ, ਕੋਈ ਦੂਜਾ ਹੋਏਗਾ ਤਾਂ ਹੀ ਤੇ ਸੋਝੀ ਪਾਏਗਾ ਨਾ, ਤਾਂ ਹੀ ਸਮਝਿਆ ਜਾ ਸਕੇਗਾ ਉਸ ਪ੍ਰਮਾਤਮਾ ਨੂੰ। ਨਾਲ ਮੇਰੇ ਪਾਤਸ਼ਾਹ ਨੇ ਆਖਿਆ ਤਿਸ ਕਾ ਕੀਆ ਸਭ ਪਰਵਾਨ। ਇਹ ਗੱਲ ਸਮਝ ਲਈਏ ਕਿ ਜੋ ਉਹ ਕਰਦਾ ਹੈ ਨਾ, ਜੋ ਉਹਨੇ ਕੀਤਾ ਹੈ, ਉਹ ਸਭ ਜੀਵਾਂ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ, ਮੰਨਣਾ ਹੀ ਪੈਂਦਾ, ਜੋ ਮਰਜ਼ੀ ਕਰ ਲਈਏ ਜੋ ਕਰਦਾ ਹੈ। ਅਸੀਂ ਕੁਝ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਅਸੀਂ ਜ਼ੋਰ ਲਾ ਲਈਏ, ਜੋ ਪ੍ਰਮਾਤਮਾ ਤੋਂ ਉਲਟ ਅਸੀਂ ਕਰ ਹੀ ਨਹੀਂ ਸਕਦੇ। ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ, ਤੇ ਜੋ ਉਹ ਕਰਦਾ ਹੈ ਉਹ ਸਾਨੂੰ ਸਭ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ, ਮੰਨਣਾ ਹੀ ਪੈਂਦਾ ਹੈ, ਹਰ ਹਾਲਤ 'ਚ ਮੰਨਣਾ ਪਏਗਾ। ਅਸਾਂ ਜ਼ੋਰ ਨਹੀਂ, ਸਾਡੇ ਅੰਦਰ ਇੰਨਾ ਜ਼ੋਰ ਨਹੀਂ ਕਿ ਅਸੀਂ ਕੁਛ ਕਰ ਸਕੀਏ। ਤਾਂ ਹੀ ਆਖਿਆ ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹ ਜਾਨ। ਕਹਿੰਦੇ ਇਹ ਜਾਨ, ਇਹ ਜਿਹੜੀ ਸੋਝੀ ਹੈ ਨਾ, ਇਹ ਸਮਝ ਜਿਹੜੀ ਹੈ, ਇਹ ਗੁਰ ਪ੍ਰਸਾਦ ਦੇ ਨਾਲ ਹੀ ਮਿਲਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦੀ ਹੈ। ਕਿਹੜੀ ਸੋਝੀ? ਕਿ ਉਹਦਾ ਕੀਤਾ ਸਭ ਪ੍ਰਵਾਨ ਹੈ, ਜੋ ਕਰਦਾ ਉਹ ਪ੍ਰਵਾਨ ਹੀ ਕਰਨਾ ਪਏਗਾ। ਕੋਈ ਦੂਜਾ ਹੈ ਤੇ ਉਹਦੇ ਵਰਗਾ ਤੇ ਸੋਝੀ ਪਾਏਗਾ, ਦੱਸੇਗਾ ਵੀ ਉਹ ਕਿਹੋ ਜਿਹਾ ਹੈ। ਕਹਿੰਦੇ ਇਹ ਸਾਰੀਆਂ ਰਹਿਮਤਾਂ ਜਿਹੜੀਆਂ ਨੇ ਨਾ, ਇਹ ਗੁਰੂ ਦੀ ਕਿਰਪਾ, ਇਹ ਗੁਰੂ ਦੀ ਰਹਿਮਤ, ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਹੁੰਦੀ ਹੈ। ਇਹ ਸਾਰੀ ਜਾਣ ਪਛਾਣ, ਇਹਦੀ ਸੋਝੀ, ਗੁਰ ਪ੍ਰਸਾਦ ਨਾਨਕ ਇਹ ਜਾਣ। ਅੱਗੇ ਮੇਰੇ ਪਾਤਸ਼ਾਹ ਨੇ ਆਖਿਆ ਜੋ ਜਾਣਨਾ, ਇੱਥੇ ਇਹਦਾ ਵਿਸ਼ਰਾਮ ਆਏਗਾ ਜੀ, ਜੋ ਜਾਣਨਾ ਜੀ। ਵਾਹਿਗੁਰੂ। ਜੋ ਜਾਣੈ ਤਿਸ ਸਦਾ ਸੁਖ ਹੋਏ। ਜੋ ਜਾਣੈ, ਜਿਹੜਾ ਪ੍ਰਮਾਤਮਾ ਨੂੰ ਜਾਣ ਲੈਂਦਾ ਹੈ, ਜਿਹੜਾ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ, ਜਿਹਦੀ ਉਹਦੇ ਨਾਲ ਸਾਂਝ ਪੈ ਜਾਂਦੀ ਹੈ, ਜਿਹੜਾ ਉਹਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ। ਜੋ ਜਾਣੈ ਤਿਸ ਸਦਾ ਸੁਖ ਹੋਏ, ਉਹਨੂੰ ਫਿਰ ਜੀਵਨ ਦੇ ਅੰਦਰ ਸਦਾ ਸੁੱਖ ਹੀ ਸੁੱਖ ਮਿਲਦਾ ਹੈ। ਵਾਹਿਗੁਰੂ। ਇਹ ਜਿਹੜਾ ਸੁੱਖ ਹੈ ਨਾ, ਇਹ ਅਧਿਆਤਮਕ ਸੁੱਖ ਹੈ। ਜੋ ਜਾਣੈ ਤਿਸ ਸਦਾ, ਇਹ ਸਰੀਰਕ ਜਿਹਦੀ ਜਾਣ ਪਛਾਣ ਪ੍ਰਮਾਤਮਾ ਨਾਲ ਹੋ ਗਈ, ਸਾਂਝ ਪੈ ਗਈ, ਉਹ ਸੰਸਾਰਕ ਸਰੀਰ ਦੇ ਸੁੱਖ ਥੋੜ੍ਹੀ ਮੰਗੇਗਾ। ਉਹ ਤੇ ਅਧਿਆਤਮਕ ਜਿਹੜੇ ਸੁੱਖ ਨੇ ਉਹਨਾਂ ਸੁੱਖਾਂ ਦੀ ਮੰਗ ਕਰੇਗਾ। ਪਾਤਸ਼ਾਹ ਨੇ ਆਖਿਆ ਜੋ ਜਾਣੈ ਤਿਸ ਸਦਾ ਸੁਖ ਹੋਏ। ਫਿਰ ਕਹਿੰਦੇ ਆਪ ਮਿਲਾਏ ਲਏ ਪ੍ਰਭ ਸੋਏ। ਆਪ ਮਿਲਾਏ ਲਏ, ਵੇਖੋ ਕਿੱਡੀ ਕਮਾਲ ਦੀ ਗੱਲ।
ਉਹ ਜਿਹੜਾ ਜੀਵ ਹੈ ਨਾ, ਜਿਹੜਾ ਜਾਣ ਜਾਂਦਾ ਹੈ ਉਹਨੂੰ, ਜੋ ਜਾਣਨ ਵਾਲਾ, ਉਹਨੂੰ ਆਪ ਆਪਣੇ ਨਾਲ ਪ੍ਰਮਾਤਮਾ ਮਿਲਾ ਲੈਂਦਾ ਹੈ। ਆਪ ਮਿਲਾ ਆਪੇ ਨਹੀਂ, ਸੌਰੀ, ਵਾਹਿਗੁਰੂ ਆਪ ਮਿਲਾਏ ਲਏ ਪ੍ਰਭ ਸੋਏ, ਉਹਨੂੰ ਫਿਰ ਉਹ ਆਪਣੇ ਨਾਲ ਮਿਲਾ ਲੈਂਦਾ। ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ, ਆਪਣੇ ਨਾਲ ਮਿਲਾਉਣ ਦਾ ਅਰਥ ਇਹ ਹੈ ਕਿ ਇਹ ਜਿਹੜੀ ਸਾਡੀ ਆਤਮਾ ਹੈ ਨਾ, ਇਹ ਉਸ ਪਰਮ ਆਤਮਾ ਦੇ ਅੰਦਰ ਵਿਲੀਨ ਹੋ ਜਾਂਦੀ ਹੈ, ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਤੇ ਜਿਹੜਾ ਉਹਦੇ ਅੰਦਰ ਮਿਲ ਜਾਂਦਾ ਹੈ, ਕਹਿੰਦੇ ਉਹ ਧਨਵੰਤ, ਕੁਲਵੰਤ, ਫਤਿਹਵੰਤ, ਉਹ ਜੀਵ ਜਿਹੜਾ ਮਿਲ ਗਿਆ, ਜਿਹਨੂੰ ਆਪਣੇ ਨਾਲ ਉਹਨੇ ਮਿਲਾ ਲਿਆ, ਕਹਿੰਦੇ ਫਿਰ ਉਹੀ ਧਨਵੰਤ ਹੈ, ਉਹੀ ਕੁਲਵੰਤ। ਕੁਲਵੰਤ ਦਾ ਅਰਥ ਹੈ ਚੰਗੀ ਉੱਚੀ ਕੁਲ ਵਾਲਾ। ਪਤਵੰਤ, ਪਤ ਇੱਜ਼ਤ ਨੂੰ ਕਹਿੰਦੇ ਨਾ, ਉਹੀ ਇੱਜ਼ਤ ਵਾਲਾ। ਕਿੰਨੀ ਕਮਾਲ ਦੀ ਗੱਲ ਹੈ। ਕਹਿੰਦੇ ਅਸਲ ਵਿੱਚ ਉਹੀ ਧਨ ਵਾਲਾ, ਉੱਚੀ ਕੁਲ ਵਾਲਾ, ਇੱਜ਼ਤ ਵਾਲਾ ਬਣ ਜਾਂਦਾ ਹੈ, ਜਾਂ ਸਿੱਧੇ ਸ਼ਬਦਾਂ ਵਿੱਚ ਕਹੀਏ ਕਿ ਉਹ ਇਨਸਾਨ ਸਦਾ ਲਈ ਮੁਕਤ ਹੋ ਜਾਂਦਾ। ਕਿਹੜਾ? ਜਿਹਨੂੰ ਆਪਣੇ ਨਾਲ ਉਹਨੇ ਮਿਲਾ ਲਿਆ। ਉਹ ਧਨਵੰਤ, ਕੁਲਵੰਤ, ਪਤਿਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਵਾਹ, ਕਿੰਨੀ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਕਹੀ। ਕਹਿੰਦੇ ਉਹਦਾ ਜੀਵਨ ਮੁਕਤ ਹੈ, ਮੁਕਤ ਹੋ ਗਿਆ। ਕਈਆਂ ਨੇ ਅਰਥ ਕੀਤੇ ਨੇ ਉਹ ਜਿਉਂਦਿਆਂ ਹੀ ਮੁਕਤ ਹੋ ਗਿਆ। ਮੁਕਤ ਤੇ ਉਹ ਜਿਉਂਦਿਆਂ ਵੀ ਹੋ ਗਿਆ, ਇਹ ਤੇ ਮੰਨ ਗਏ, ਪਰ ਮੌਤ ਤੇ ਉਹਨੂੰ ਵੀ ਆਉਣੀ ਹੈ। ਜਿਉਂਦਿਆਂ ਜ਼ਰੂਰ ਉਹ ਮੁਕਤ ਹੋ ਗਿਆ, ਪਰ ਮੌਤ ਤੇ ਉਹਨੂੰ ਵੀ ਆਉਣੀ ਹੈ, ਮਰਨਾ ਤੇ ਉਹਨੇ ਵੀ ਹੈ, ਜਾਣਾ ਤੇ ਉਹਨੂੰ ਵੀ ਪੈਣਾ ਹੀ ਹੈ। ਗੁਰੂ ਸਾਹਿਬ ਕਹਿੰਦੇ ਜੀਵਨ ਮੁਕਤ, ਉਹ ਸਦਾ ਦੀ ਉਹਦਾ ਜੀਵਨ ਜਿਹੜਾ ਮੁਕਤ ਹੋ ਗਿਆ। ਕਿਹਦਾ? ਜਿਸ ਹਿਰਦੈ ਭਗਵੰਤ, ਜਿਹਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਵਸਾ ਲਿਆ, ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਜਿਹਦੇ ਅੰਦਰ ਉਹਦਾ ਨਿਵਾਸ ਹੈ, ਜਿਹਨੇ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲਿਆ, ਆਪਣੇ ਅੰਦਰੋਂ। ਦੇਖੋ ਕੌਣ? ਪਾਤਸ਼ਾਹ ਨੇ ਦੋਵੇਂ ਪੰਕਤੀਆਂ ਫਿਰ ਪੜ੍ਹਿਓ। ਉਹ ਧਨਵੰਤ, ਕੁਲਵੰਤ, ਫਤਿਹਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਫਿਰ ਕਹਿੰਦੇ ਧਨ 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 ਜਨ ਆਇਆ। ਇੱਥੇ ਕੁਝ ਗੱਲਾਂ ਆਪਾਂ ਥੋੜ੍ਹੀਆਂ ਜਿਹੀਆਂ ਸਮਝ ਲਈਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼ਬਦ ਵਰਤਿਆ ਹੈ ਆਇਆ। ਆਇਆ ਦਾ ਅਰਥ ਹੈ ਜਿਹੜਾ ਆਪਣੀ ਮਰਜ਼ੀ ਨਾਲ ਆਇਆ ਹੈ। ਧਨ 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 ਜਨ ਆਇਆ। ਕਈਆਂ ਨੇ ਕਿਹਾ ਕਿ ਉਹਦਾ ਆਉਣਾ ਜਿਹੜਾ ਉਹ ਪ੍ਰਵਾਨ ਹੋ ਗਿਆ, ਉਹਦਾ ਆਉਣਾ ਸਫਲ ਹੋ ਗਿਆ, ਪਰ ਅਸਲ ਵਿੱਚ ਉਹ ਧਨ ਹੈ, ਕਿਉਂਕਿ ਜਿਸ ਪ੍ਰਸਾਦ ਸਭ ਜਗਤ ਤਰਾਇਆ। ਇੱਥੇ ਅਸੀਂ ਜਿਹੜੀਆਂ ਤਿੰਨ ਪੰਕਤੀਆਂ ਤੇ ਜਨ ਜਿਹੜਾ ਸ਼ਬਦ ਨੇ ਇਹਨੂੰ ਹਾਈਲਾਈਟ ਕਰਕੇ ਚੱਲੋ। ਜਨ ਜਿਹੜਾ ਸ਼ਬਦ ਹੈ, ਧਨ 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 ਜਨ, ਅਸੀਂ ਜਦੋਂ ਜਨ ਨੂੰ ਹਾਈਲਾਈਟ ਕਰਾਂਗੇ ਨਾ, ਤੇ ਫਿਰ ਇਹ ਸਾਰੀਆਂ ਪੰਕਤੀਆਂ ਸਮਝ ਆਉਣਗੀਆਂ। ਜੇ ਅਸੀਂ ਇਹ ਗੱਲ ਕਰਾਂਗੇ ਕਿ ਕਿਸੇ ਇੱਕ ਖਾਸ ਇਨਸਾਨ ਦੇ ਵਾਸਤੇ ਇਹ ਗੱਲ ਕਹੀ ਗਈ ਹੈ, ਨਹੀਂ, ਇੱਥੇ ਉਹਦੇ ਵਾਸਤੇ ਜਿਹਨੇ ਆਪਣਾ ਜੀਵਨ ਮੁਕਤ ਕਰ ਲਿਆ, ਜਿਹੜਾ ਜਿਹਦੇ ਹਿਰਦੇ ਭਗਵੰਤ ਵਸ ਗਿਆ। ਗੁਰੂ ਸਾਹਿਬ ਨੇ ਆਖਿਆ ਧਨ 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 ਜਨ ਆਇਆ, ਕਹਿੰਦੇ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਸ ਪ੍ਰਸਾਦ, ਇਹ ਗੱਲ ਸਮਝ ਲਈਏ। ਇੱਕ ਸ਼ਬਦ ਆਇਆ ਹੈ ਗੁਰ ਪ੍ਰਸਾਦ, ਇੱਥੇ ਹੈ ਜਿਸ ਪ੍ਰਸਾਦ। ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਜਿਸ ਪ੍ਰਸਾਦ ਕਿਹਦੀ ਕਿਰਪਾ? ਜਿਹੜਾ ਉੱਪਰ ਸ਼ਬਦ ਜਨ ਆਇਆ, ਜਿਸ ਪ੍ਰਸਾਦ। ਧਨ 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 ਜਨ ਆਇਆ, ਉਸ ਜਨ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੀ ਕਿਰਪਾ ਦੇ ਨਾਲ ਸਾਰਾ ਜਗਤ ਤਰਦਾ ਹੈ, ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਉਹ ਜਨ ਕਹਿੰਦੇ ਜਨ ਆਵਨ ਕਾ ਇਹ ਹੈ ਸੁਆਉ। ਸੁਆਉ ਦਾ ਅਰਥ ਹੁੰਦਾ ਮਨੋਰਥ, ਜਾਂ ਉਹਦੇ ਆਉਣ ਦਾ ਕਾਰਨ। ਕਹਿੰਦੇ ਜਨ ਦੇ ਉਹ ਜਿਹੜਾ ਮਨੁੱਖ ਹੈ, ਜਿਹੜਾ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦਾ ਆਉਣਾ ਧੰਨ ਗੁਰੂ ਸਾਹਿਬ ਨੇ ਕਿਹਾ ਹੈ। ਕਹਿੰਦੇ ਜਨ ਆਵਨ ਕਾ ਇਹ ਹੈ ਸੁਆਉ। ਅਜਿਹੇ ਮਨੁੱਖ ਦੇ ਆਉਣ ਦਾ ਇਹੀ ਇੱਕ ਸੁਭਾਅ ਹੈ, ਮਨੋਰਥ ਹੈ ਕਿ ਜਨ ਕੈ ਸੰਗ ਚਿਤ ਆਵੈ ਨਾਉ। ਉਹਦੀ ਸੰਗਤ ਵਿੱਚ ਨਾ ਆਉਂਦਿਆਂ ਹੀ ਚਿੱਤ ਵਿੱਚ ਪ੍ਰਮਾਤਮਾ ਦਾ ਨਾਮ ਆਉਣ ਚੇਤੇ ਆਉਣ ਲੱਗ ਪੈਂਦਾ। ਕਿਸੇ ਨੇ ਆਖਿਆ ਕਿ ਜਿਹੜੇ ਰੱਬ ਦੇ ਪਿਆਰੇ ਨੇ, ਭਗਤ ਨੇ, ਉਹਨਾਂ ਦੀ ਪਰਖ ਕਿਵੇਂ ਹੋਵੇ? ਵੈਸੇ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ, ਪਰ ਫਿਰ ਵੀ ਅੱਗੋਂ ਅਗਲੇ ਨੇ ਜਵਾਬ ਬੜਾ ਵਧੀਆ ਦਿੱਤਾ। ਕਹਿੰਦੇ ਵੀ ਜਿਹਦੇ ਕੋਲ ਬੈਠਿਆਂ ਤੁਹਾਡੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਨਿਕਲਣ ਲੱਗ ਪਏ ਨਾ, ਸਮਝ ਲਓ ਉਹ ਜਨ ਹੈ, ਉਹ ਰੱਬ ਦਾ ਪਿਆਰਾ। ਜਿਹਦੇ ਕੋਲ ਬੈਠਿਆਂ ਕਾਮ ਹੀ ਚਿੱਤ ਆਉਂਦਾ ਰਹੇ ਤੇ ਉਹ ਰੱਬ ਦਾ ਪਿਆਰਾ ਕਿਵੇਂ ਹੋ ਸਕਦਾ? ਜਨ ਕੈ ਸੰਗ ਚਿਤ ਆਵੈ ਨਾ। ਵੇਖੋ
ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ, ਉਹਦੀ ਸੰਗਤ ਵਿੱਚ ਉਹਦੇ ਨਾਲ ਬੈਠਿਆਂ ਹੀ ਚਿੱਤ ਆਵੈ ਨਾਮ, ਚਿੱਤ ਵਿੱਚ ਪ੍ਰਮਾਤਮਾ ਦਾ ਨਾਮ ਆਪਣੇ ਆਪ ਆਉਣ ਲੱਗ ਪੈਂਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਉਹ ਆਪ ਮੁਕਤ ਹੈ ਤੇ ਮੁਕਤ ਕਰੈ ਸੰਸਾਰ, ਤੇ ਸੰਸਾਰ ਨੂੰ ਵੀ ਮੁਕਤ ਕਰਦਾ। ਉਹ ਆਪ ਮੁਕਤ ਹੈ ਤੇ ਸੰਸਾਰ ਨੂੰ ਵੀ ਮੁਕਤ ਕਰਨ ਦੀ ਸਮਰੱਥਾ ਉਹ ਰੱਖਦਾ ਹੈ। ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਿਸ ਜਨ ਕਉ, ਇਹੋ ਜੇ ਜਨ ਉੱਤਮ ਜੀਵ, ਉਹ ਬੰਦਗੀ ਕਰਨ ਵਾਲਾ ਜਿਹੜਾ ਆਪ ਮੁਕਤ ਹੈ, ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੀ ਵੀ ਉਹਨੂੰ ਸਦਾ ਲਈ ਨਮਸਕਾਰ, ਮੈਂ ਹਮੇਸ਼ਾ ਦੋਨੋਂ ਹੱਥ ਜੋੜ ਕੇ ਉਹਨੂੰ ਨਮਸਕਾਰ ਕਰਦਾ, ਉਹਦੇ ਅੱਗੇ ਸਿਜਦਾ ਕਰਦਾ, ਮੈਂ ਉਹਦੇ ਅੱਗੇ ਸਿਰ ਝੁਕਾਉਣਾ ਮੈਂ। ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਉਹਨੂੰ ਮੇਰੀ ਸਦਾ ਨਮਸਕਾਰ ਹੈ, ਹਮੇਸ਼ਾ ਦੇ ਵਾਸਤੇ ਉਹਨੂੰ ਮੇਰੀ ਨਮਸਕਾਰ ਹੈ। ਕਿੰਨੀ ਵੇਖੋ ਕਮਾਲ ਦੀ ਗੱਲ ਗੁਰੂ ਸਾਹਿਬ ਨੇ ਜਿਹੜੀ ਉਹ ਕਹਿ ਦਿੱਤੀ ਕਿ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹੋ ਜਿਹੇ ਜਨ ਨੂੰ ਮੇਰੀ ਵੀ ਸਦਾ ਨਮਸਕਾਰ ਹੈ, ਮੈਂ ਦੋਨੋਂ ਹੱਥ ਜੋੜ ਕੇ ਉਹਦੇ ਅੱਗੇ ਬੰਦਨਾ ਕਰਦਾ ਹਾਂ। ਸੋ ਅੱਜ 23ਵੀਂ ਪੌੜੀ ਜਿਹੜੀ ਹੈ ਉਹਦੀ ਸੰਪੂਰਨਤਾ ਹੋਈ ਹੈ। ਇੰਨੀਆਂ ਕੁ ਬੇਨਤੀਆਂ ਜਾਪ ਜੀ ਨੇ ਪ੍ਰਵਾਨ ਕਰ ਲੈਣੀਆਂ। ਕੱਲ੍ਹ ਨੂੰ 24ਵੀਂ ਜੋ ਅਸ਼ਟਪਦੀ ਹੈ ਉਹਦੀ ਆਪਾਂ ਸ਼ੁਰੂਆਤ ਕਰਾਂਗੇ। ਸੋ ਜੇ ਕਿਸੇ ਦਾ ਅੱਜ ਸਵਾਲ ਹੈ ਇਹਦੇ ਨਾਲ ਰਿਲੇਟਡ, ਆਪ ਜੀ ਦੇ ਮਾਈਕ ਜਿਹੜੇ ਨੇ ਉਹ ਔਨ ਕਰ ਦਿੱਤੇ ਗਏ ਨੇ, ਤੇ ਮਾਈਕ ਔਨ ਕਰਕੇ ਆਪ ਜੀ ਆਪਣਾ ਜੋ ਸਵਾਲ ਹੈ ਉਹ ਪੁੱਛ ਸਕਦੇ ਹੋ ਜੀ। ਹਾਂਜੀ ਵਾਹਿਗੁਰੂ ਜੀ, ਠੀਕ ਹੈ ਵਾਹਿਗੁਰੂ ਜੀ। ਸੋ ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਵੀ ਬਖਸ਼ਣਹਾਰ ਹੈ। ਸੋ ਜੋ ਵਿਚਾਰ ਹੈ ਅਗਲੀ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਭੁੱਲਾਂ ਦੀ ਖਿਮਾ। ਅਖੀਰ ਤੇ ਫਿਰ ਕਰੋ ਗੁਰੂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।